ਹਨੀਮੂਨ ਤੋਂ ਮੁੜਦਿਆਂ ਹੀ ਲੁਕਵੀਂ ਪੁੱਛਗਿੱਛ ਦਾ ਸਿਲਸਿਲਾ ਸ਼ੁਰੂ ਹੋ ਗਿਆ। ਸਵਾਲ ਸਿੱਧਾ ਤੇ ਨਾ ਪੁੱਛਿਆ ਜਾਂਦਾ, ਪਰ ਕੋਈ ਖੁਸ਼ੀ ਦੀ ਖਬਰ ਹੈ ਕਿ ਨਹੀਂ ਵਾਲੇ ਸਵਾਲ ਆਸੇ-ਪਾਸੇ ਉਡਾਰੀਆਂ ਮਾਰਨ ਲੱਗੇ। ਕਿੰਨੀਆਂ ਨਜ਼ਰਾਂ ਚੋਰੀ-ਚੋਰੀ ਤੱਕਦੀਆਂ ਰਹਿੰਦੀਆਂ। ਅਜੀਬ ਜਿਹਾ ਮਹਿਸੂਸ ਹੁੰਦਾ, ਜਿੱਦਾਂ ਕੋਈ ਨਿੱਜੀ ਡਾਇਰੀ ਦੇ ਵਰਕੇ ਫਰੋਲ ਰਿਹਾ ਹੋਵੇ। 2 ਮਹੀਨਿਆਂ ਮਗਰੋਂ ਇਹ ਸਿਲਸਿਲਾ ਹੋਰ ਵੀ ਜ਼ੋਰ ਫੜ ਗਿਆ। ਕਿਸੇ ਚੰਗੀ ਚੀਜ਼ ਬਾਰੇ ਸੁਣੌਤਾਂ ਸ਼ੁਰੂ ਹੋ ਗਈਆਂ। ਚੰਗੀ ਚੀਜ਼ ਦਾ ਭਾਵ ਮੁੰਡੇ ਤੋਂ ਸੀ। ਇਹ ਵੀ ਮੈਨੂੰ ਇੱਥੇ ਆ ਕੇ ਹੀ ਪਤਾ ਲੱਗਾ। ਕਦੇ ਸੁਣਾਇਆ ਜਾਂਦਾ, ਸਾਡੇ ਤਾਂ ਸਾਰੀਆਂ ਨੂੰਹਾਂ ਨੇ ਪਹਿਲਾਂ ਚੰਗੀ ਚੀਜ਼ ਹੀ ਘਰੇ ਲਿਆਂਦੀ ਹੈ। ਨਸੀਹਤਾਂ ਦਿੱਤੀਆਂ ਜਾਂਦੀਆਂ, ਪਹਿਲਾਂ ਮੁੰਡਾ ਹੋ ਜਾਣ ਨਾਲ ਸੰਸਾਰ ਨਾਲ ਗੰਢ ਹੋਰ ਪੀੜੀ ਹੋ ਜਾਂਦੀ ਹੈ। ਨਿੱਕੇ ਨਿੱਕੇ ਮੁੰਡਿਆਂ ਦੇ ਪੋਸਟਰਾਂ ਨਾਲ ਕਮਰਾ ਭਰ ਦਿੱਤਾ। ਆਖਦੇ ਇਹਨਾਂ ਵੱਲ ਦੇਖਦੀ ਰਿਹਾ ਕਰ। ਮੈਂ ਪਹਿਲੋਂ ਚੁੱਪ ਰਹਿੰਦੀ। ਜਦੋਂ ਪਾਣੀ ਸਿਰੋਂ ਹੀ ਲੰਘ ਗਿਆ ਤਾਂ ਸਾਡੀ ਆਪਸੀ ਖਿੱਚੋਤਾਣ ਵੱਧ ਗਈ। ਮੈਂ ਐਸੇ ਮਾਹੌਲ ਵਿੱਚੋਂ ਨਹੀਂ ਸਾਂ ਆਈ ਤੇ ਨਾ ਹੀ ਪੇਕੇ ਘਰ ਕਦੇ ਕੁੜੀਆਂ ਨੂੰ ਮੁੰਡਿਆਂ ਤੋਂ ਕਿਸੇ ਗੱਲੋਂ ਘੱਟ ਸਮਝਿਆ ਜਾਂਦਾ ਸੀ। ਮੈਂ ਨਾਲ ਦੇ ਨਾਲ ਸ਼ਿਕਵਾ ਕਰਦੀ ਤਾਂ ਉਹ ਅੱਗੋਂ ਚੁੱਪ ਰਹਿਣ ਲਈ ਪ੍ਰੇਰਿਤ ਕਰਦਾ। ਤੀਜਾ ਮਹੀਨਾ ਲੱਗਾ ਤਾਂ ਹੋਰ ਜ਼ੋਰ ਪੈਣਾ ਸ਼ੁਰੂ ਹੋ ਗਿਆ। ਟੈਸਟ ਕਰਵਾ ਲਿਆ ਜਾਵੇ। ਮੈਂ ਚੰਗੀ ਚੀਜ਼ ਬਾਰੇ ਸੋਚ ਸਹਿਮ ਜਾਇਆ ਕਰਦੀ। ਜੇ ਨਾ ਆਈ ਤਾਂ ਫਿਰ ਕੀ ਹੋਊ, ਸ਼ਾਇਦ ਅੰਦਰ ਹੀ ਮਰਵਾ ਦੇਣਗੇ। ਮੈਂ ਨਾ ਕਰ ਦਿੱਤੀ। ਬੜਾ ਕਲੇਸ਼ ਪਿਆ। ਹੈਰਾਨ ਸਾਂ ਕਿ ਟੱਬਰ ਦੀਆਂ ਪੜ੍ਹੀਆਂ ਲਿਖੀਆਂ ਦੀ ਸੋਚ ਵੀ ਕੁਝ ਇਸੇ ਤਰ੍ਹਾਂ ਦੀ ਹੀ ਸੀ। ਅਖੀਰ ਧੀ ਨੇ ਜਨਮ ਲਿਆ ਤਾਂ ਘਰੇ ਜਵਾਲਾਮੁਖੀ ਫਟ ਪਿਆ। ਸਾਰੇ ਚੁੱਪ ਹੋ ਗਏ, ਪਰ ਨਾਲਦੇ ਦੀ ਚੁੱਪ ਮੈਨੂੰ ਸਭ ਤੋਂ ਵੱਧ ਵੱਢ ਖਾਂਦੀ। ਅਜੀਬ ਸੋਚ, ਜਿਸ ਦੇ ਸਾਹਵੇਂ ਸਾਰੀ ਪੜ੍ਹਾਈ, ਸਾਰੀਆਂ ਡਿਗਰੀਆਂ ਅਤੇ ਔਰਤ ਜਾਤ ਦੀ ਸਿਫਤ ਕਰਦੀ ਸਾਰੀ ਗੁਰਬਾਣੀ ਹੌਲੀ ਪੈ ਜਾਇਆ ਕਰਦੀ। ਮੈਨੂੰ ਘਰ ਵਿੱਚ ਥਾਂ ਰੱਖੇ ਗੁਟਕੇ ਸਾਹਿਬ ਅਤੇ ਮੜਾ ਕੇ ਟੰਗੀਆਂ ਗੁਰਬਾਣੀ ਦੀਆਂ ਪਵਿੱਤਰ ਤੁਕਾਂ ਦਿਖਾਵੇ ਲਈ ਕੀਤਾ ਜਾਂਦਾ ਇੱਕ ਬਹੁਤ ਵੱਡਾ ਢਕਮੰਜ ਜਿਹਾ ਲੱਗਦਾ। ਅਖੀਰ ਅੰਦਰੂਨੀ ਤੇ ਬਾਹਰਲੀ ਘੁਟਣ ਵੱਧਦੀ ਗਈ। ਸਾਲ ਮਗਰੋਂ ਹੀ ਮੁੜ ਪ੍ਰੈਗਨੈਂਟ ਕਰ ਦਿੱਤੀ ਹੋ ਗਈ। ਇਸ ਲਈ ਨਹੀਂ ਆਖਾਂਗੀ ਕਿਉਂਕਿ ਕੁਝ ਬਲਾਤਕਾਰ ਵਿਆਹ ਤੇ ਖਾਨਦਾਨੀ ਰਸਮਾਂ ਰਵਾਇਤਾਂ ਦੀ ਆੜ ਵਿੱਚ ਵੱਡੀ ਧਿਰ ਦੀ ਸਹਿਮਤੀ ਨਾਲ ਵੀ ਹੋਇਆ ਕਰਦੇ ਨੇ। ਇਸ ਵਾਰ ਅੱਗੇ ਨਾਲੋਂ ਵੀ ਜ਼ਿਆਦਾ ਦਬਾਅ ਸੀ। ਕਈ ਹਕੀਮਾਂ ਦੀ ਦਵਾਈ ਖਾਣ ਨੂੰ ਦਿੱਤੀ ਜਾਂਦੀ, ਫਾਂਡੇ ਮੰਤਰ ਪੜ੍ਹੇ ਜਾਂਦੇ, ਸਿਆਣਿਆਂ ਕੋਲ ਜਾਣ ਦੀ ਸਲਾਹ ਬਣਦੀ। ਮੈਂ ਨਾ ਕਰ ਦਿੰਦੀ। ਟੈਸਟ ਕਰਵਾਉਣ ਲਈ ਅੱਗੇ ਨਾਲੋਂ ਵੀ ਤਾਕਤਵਰ ਦਲੀਲਾਂ ਸਨ। ਵਿਆਹ ਮੰਗਣੀਆਂ ਤੇ ਭਰੀ ਸਭਾ ਵਿੱਚ ਜਾਣ ਬੁੱਝ ਕੇ ਚੰਗੀ ਚੀਜ਼ ਦਾ ਜ਼ਿਕਰ ਛੇੜ ਲਿਆ ਜਾਂਦਾ। ਮੈਨੂੰ ਚਾਰੇ ਪਾਸਿਓਂ ਅਜੀਬ ਸਵਾਲ ਪੁੱਛੇ ਜਾਂਦੇ। ਮੇਰੇ ਢਿੱਡ ਦੀ ਬਣਤਰ ਤੋਂ ਅਜੀਬ ਕਿਆਸ ਅਰਾਈਆਂ ਲੱਗਦੀਆਂ। ਪੈਰ ਤੇ ਅਹਿਸਾਸ ਕਰਾਇਆ ਜਾਂਦਾ ਕਿ ਮੇਰੀ ਜ਼ਿੰਦਗੀ ਵਿੱਚ ਕੋਈ ਵੱਡੀ ਘਾਟ ਹੈ ਅਤੇ ਇਸ ਦੀ ਪੂਰਤੀ ਲਈ ਮੈਨੂੰ ਕੋਈ ਵੀ ਕੁਰਬਾਨੀ ਲਈ ਤਿਆਰ ਰਹਿਣਾ ਚਾਹੀਦਾ। ਇਹ ਵੀ ਆਖਿਆ ਜਾਂਦਾ, ਕੱਲੇ ਪੁੱਤ ਘਰੇ 2 ਕੁੜੀਆਂ ਆ ਜਾਣ, ਇਹ ਤਾਂ ਹਰਗਿਜ਼ ਵੀ ਬਰਦਾਸ਼ਤ ਨਹੀਂ। ਜਵਾਈ ਕਦੇ ਪੁੱਤ ਨਹੀਂ ਬਣਦੇ। ਕਦੀ ਹਰ ਪਾਸੇ ਖਿਲਰੀ ਹੋਈ ਕਰੋੜਾਂ ਦੀ ਜਾਇਦਾਦ ਦਾ ਹਵਾਲਾ ਦਿੱਤਾ ਜਾਂਦਾ। ਵੰਸ਼ ਵਿਰਾਸਤ ਦੇ ਵਾਸਤੇ ਪਾਏ ਜਾਂਦੇ। ਅਖੀਰ ਦੂਜੀ ਧੀ ਦੇ ਜਨਮ ਮਗਰੋਂ ਇੱਕ ਦਿਨ ਸਾਡਾ ਤਲਾਕ ਹੋ ਗਿਆ। ਮੁੜ ਕੱਲੀ ਨੇ ਦੋਵੇਂ ਪੜ੍ਹਾ ਲਿਖਾ ਕੇ ਕਿੱਦਾਂ ਜਵਾਨ ਕੀਤੀਆਂ ਅਤੇ ਛੁੱਟੜ ਦਾ ਖਿਤਾਬ ਸਿਰ ਤੇ ਚੁੱਕੀ ਹੋਈ ਨੂੰ ਸੂਈ ਦੇ ਕਿਹੜੇ ਨੱਕਿਆਂ ਵਿੱਚੋਂ ਨਿਕਲਣਾ ਪਿਆ, ਫਿਰ ਕਦੀ ਕਿਸੇ ਵੱਖਰੇ ਲੇਖ ਵਿੱਚ ਬਿਆਨ ਕਰਾਂਗੀ। ਪਰ ਇੰਨੇ ਵਰਿਆਂ ਮਗਰੋਂ ਗੋਰਿਆਂ ਦੇ ਇਸ ਦੇਸ਼ ਵਿੱਚ ਡਾਕਟਰ ਬਣੀ ਨਿੱਕੀ ਧੀ ਨੇ ਅੱਜ ਜਦੋਂ ਘਰੇ ਆ ਕੇ ਇਹ ਗੱਲ ਦੱਸੀ ਕਿ ਆਪਣੀ ਪ੍ਰੈਗਨੈਂਟ ਨੂੰਹ ਨੂੰ ਕਲੀਨਿਕ ਲੈ ਕੇ ਆਈ। ਇੱਕ ਦੇਸੀ ਮਦਰ ਇਨ ਲਾਅ ਨੇ ਜਦੋਂ ਕੁੱਖ ਵਿੱਚ ਪਲ ਰਹੀ ਕਿਸੇ ਚੰਗੀ ਚੀਜ਼ ਬਾਰੇ ਕਨਸੋ ਲੈਣੀ ਚਾਹੀ ਤਾਂ ਉਸਨੂੰ ਉਸੇ ਵੇਲੇ ਕਮਰੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਮੇਰੇ ਕਾਲਜੇ ਨੂੰ ਧੂ ਵੀ ਪੈ ਗਈ ਕਿ ਹਜ਼ਾਰਾਂ ਕਿਲੋਮੀਟਰ ਦੂਰ ਇੱਕ ਸੱਭਿਅਕ ਸਮਾਜ ਵਿੱਚ ਪ੍ਰਵਾਸ ਕਰ ਜਾਣਾ ਇਸ ਚੀਜ਼ ਦੀ ਕਦੇ ਵੀ ਗਰੰਟੀ ਨਹੀਂ ਬਣਦਾ ਕਿ ਇੱਥੇ ਆਏ ਹਰੇਕ ਇਨਸਾਨ ਦੀ ਸੋਚ ਵੀ ਇੱਥੇ ਹੀ ਮੁਤਾਬਿਕ ਬਦਲ ਜਾਵੇ। ਹਰੇਕ ਪਾਸੇ ਵਾਹੋਦਾਹੀ ਕਿ ਇੱਥੋਂ ਬਾਹਰ ਕਿੱਦਾਂ ਨਿਕਲਿਆ ਜਾਵੇ, ਪਰ ਇਹ ਘਟੀਆ ਸੋਚ ਦਾ ਤਿਆਗ ਕਿੱਦਾਂ ਕਰਨਾ ਏ, ਇਸ ਮਾਮਲੇ ਵਿੱਚ ਦਿੱਲੀ ਅਜੇ ਵੀ ਸਾਤੋਂ ਬੜੀ ਦੂਰ ਹੈ। ਕਿਉਂਕਿ ਜਿਸ ਰੋਗ ਨਾਲ ਮਰੀ ਸੀ ਬੱਕਰੀ, ਉਹੀ ਰੋਗ
ਪਠੌਰੇ ਨੂੰ ਕੜਵੰਛੀ ਹੇਠ 24 ਘੰਟੇ ਘੜਦਾ ਰਹਿੰਦਾ ਦੁੱਧ ਕਦੇ ਭਾਫ ਬਣ ਉੱਡ ਵੀ ਜਾਇਆ ਕਰਦਾ।